now sitting with me is the melodious singer of Dishaheen, the guy, the celebrity who's just turned a celebrity. With me right now is Beer Singh. Hi Beer Singh. Hi ji. Sat Shri Akal. Welcome to Kent Punjab. Thank you so much. Thank you. ਮੈਨੂੰ ਲੱਗਿਆ ਸੀਗਾ ਕਿ ਇਹਨਾਂ ਦੀ ਆਵਾਜ਼ ਮੇਰੇ ਤੱਕ ਪਹਿਲਾਂ ਪਹੁੰਚੀ ਸੀ. He reached later because frankly speaking ਜਦੋਂ ਮੈਂ ਸਰਵਨ ਦਾ ਟ੍ਰੇਲਰ ਦੇਖਿਆ ਸੀਗਾ, ਕਰਨ ਗੁਲਿਆਨੀ ਜਿਹੜੇ ਡਾਇਰੈਕਟਰ ਹੈਗੇ ਨੇ ਨਾ, ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਗੁਲਿਆਨੀ ਤੁਹਾਨੂੰ ਟ੍ਰੇਲਰ ਕਿੱਦਾਂ ਦਾ ਲੱਗਿਆ, ਕਰਨ you remember? And I said, you know what, Karan, the trailer is nice, but there's this song in the trailer, you know, that is actually got my attention pretty hard. He says, Keda, nee tenu? I said, oh bhi vadiya hai. But there's another song that's pretty haunting. Okay. Te kehne Dishaheen, main kya, yeah. I'm probably waiting for that song more than anything else in the movie. And he laughed कि हाँ छेती आ जाएगा. And that's a true incident कि थोड़ी voice जिस दिन दी मैं सुनी, उस दिन दी probably ये genre थोड़ा हैगा. ਇਸ ਕਰਕੇ ਜਾਂ ਉਸ ਗਾਣੇ ਦੇ ਵਿੱਚ ਕੁਝ ਇਦਾਂ ਦਾ ਸੀਗਾ, ਜਾਂ probably you fit very well into this. So Dishaheen would be the career changing point of Beer Singh, I must say, right? ਉਹ ਗਾਣਾ ਮੇਰੇ ਕੈਰੀਅਰ ਨੂੰ ਬੂਸਟ ਕਰਨ ਵਾਲਾ ਉਹੀ ਗਾਣਾ ਹੈ. ਜੇ ਮੈਂ ਕਹਾਂ ਕੋਈ ਮੇਰੇ ਪਿਛਲੇ ਸਾਰੇ ਕੈਰੀਅਰ 2010 ਤੋਂ ਲੈ ਕੇ ਹੁਣ ਤੱਕ ਤਾਂ ਉਹੀ ਗੀਤ ਹੈ. Right. So 2010 till date you've been struggling. But what was the struggle like? ਜਿਹੜਾ ਸਟਰਗਲ ਹੁੰਦਾ ਉਹ ਸਾਰਿਆਂ ਦਾ ਤਕਰੀਬਨ ਇੱਕ ਜਿਹਾ ਹੀ ਹੁੰਦਾ ਕਿ ਪੈਸੇ ਵੀ ਵੇਸਟ ਹੁੰਦੇ ਆ, ਟਾਈਮ ਵੀ ਵੇਸਟ ਹੁੰਦਾ ਆ. ਤੁਸੀਂ ਵੀ one of those people ਹੈਗੇ ਜਿਹੜੇ ਕਿੱਲੇ ਵੇਚ ਕੇ ਆਂਦਾ ਹੈ? ਨਹੀਂ not at all actually. ਮੇਰਾ ਉਦਾਂ ਦਾ ਕੋਈ ਸੀਗਾ ਨਹੀਂ. ਮੈਂ ਬਲੀਵ ਕਰਦਾ ਕਿ ਜੇ ਕੋਈ ਕੰਮ ਕਰਨਾ ਤਾਂ ਸਿੱਖ ਕੇ ਕੀਤਾ ਜਾਵੇ. So you're a trained ਐਗਜ਼ੈਕਟਲੀ. ਮੈਂ ਪਹਿਲਾਂ ਤਾਂ ਸਕੂਲ ਲੈਵਲ ਤੇ ਜੋ ਜਿੱਦਾਂ ਸੀਗਾ, ਫਿਰ ਉਸ ਤੋਂ ਬਾਅਦ ਜਦੋਂ ਕਾਲਜ ਵਿੱਚ ਆ ਗਏ, ਸਕੂਲ ਲੈਵਲ ਦੇ ਵਿੱਚ ਹੀ ਮੈਂ ਨੈਸ਼ਨਲ ਕਵਿਸ਼ਰੀ ਦੇ ਜਾਂ ਹੋਰ ਜਿਹੜੇ ਸੀਗੇ ਉਹ ਮੈਂ ਅਚੀਵ ਕਰ ਚੁੱਕਾ ਉਹਨਾਂ ਨੂੰ. ਆਫਟਰ ਦੈਟ ਫਿਰ ਮੈਂ ਗੁਰਮੀਤ ਬਾਬਾ ਜੀ ਕੋਲ ਤਕਰੀਬਨ ਮੈਨੂੰ 10 ਸਾਲ ਹੋ ਗਏ. ਅੱਛਾ. ਫੋਕ ਦੀ ਟ੍ਰੇਨਿੰਗ ਤੇ. ਫਿਰ ਸ਼ਰੂਤੀ ਜੀ ਨੇ ਅੰਮ੍ਰਿਤਸਰ ਤੋਂ, ਉਹ ਸ਼ਾਗਿਰਦ ਨੇ ਉਸਤਾਦ ਜੀ ਜਿਹੜੇ ਸਾਡੇ ਕੈਲਕਟਾ ਦੇ ਨੇ ਰਹਿਣ ਵਾਲੇ. ਓਕੇ. ਸੋ ਉਹਨਾਂ ਕੋਲੇ ਫਿਰ ਕਾਫੀ ਟਾਈਮ ਲੱਗ ਗਿਆ ਮੈਨੂੰ. ਕਲਾਸੀਕਲ ਦੇ ਉੱਤੇ ਕੰਮ ਕਰਦੇ ਆ. ਸੋ ਤੁਸੀਂ ਕਲਾਸੀਕਲ ਵੀ ਗਾ ਲੈਂਦੇ ਹੋ, ਤੁਸੀਂ ਫੋਕ ਵੀ ਗਾ ਲੈਂਦੇ ਹੋ, ਪਰ ਤੁਹਾਡੀ ਆਵਾਜ਼ ਜਿਹੜੀ ਸਭ ਤੋਂ ਜ਼ਿਆਦਾ ਟੁਕੀ ਹੈ, ਉਹ ਟੁਕੀ ਮੈਨੂੰ ਲੱਗਦਾ ਈਜ਼ੀ ਲਿਸਨਿੰਗ ਜਨਰ ਦੇ ਵਿੱਚ, ਜਿਹਦੇ ਚ ਯੂ نو ਦੈਟ ਮੈਲੋਡੀ ਚਾਹੀਦੀ ਹੁੰਦੀ ਹੈ ਜੀ. ਸੋ ਜਦ ਤੁਸੀਂ ਇਹ ਗਾਣਾ ਗਾਇਆ 2010 ਤੋਂ ਹੁਣ ਤੱਕ, ਤੁਹਾਨੂੰ ਕਿਸੇ ਨੇ ਨਹੀਂ ਕਿਹਾ ਕਿ ਯਾਰ ਵੀਰ ਤੁਸੀਂ ਇਹਦੇ ਚ ਇਸ ਜਨਰ ਚ ਟਰਾਈ ਕਰੋ? ਮੈਂ ਇਸ ਜਨਰ ਦੇ ਵਿੱਚ ਟਰਾਈ ਤਾਂ ਕੀਤਾ ਸੀ ਐਕਚੁਅਲੀ ਪਹਿਲਾਂ ਵੀ, ਪਰ ਉਹ ਪਲੇਟਫਾਰਮ ਕੋਈ ਖਾਸ ਵੱਡਾ ਨਹੀਂ ਸੀਗਾ. ਬਟ ਆਈ ਹੈਵ ਸੀਨ ਯੂਰ ਟਰੈਕਸ ਔਨ ਟੀ ਸੀਰੀਜ਼. ਅੱਛਾ, ਤੁਸੀਂ ਟੀ ਸੀਰੀਜ਼ ਦੇਖ ਚੁੱਕੇ ਹੋ? ਥੋੜੀ ਜੀ ਆਪਣੀ ਉਹ ਤਾਂ ਹੋਮਵਰਕ ਤਾਂ ਅਸੀਂ ਵੀ ਕਰਦੇ ਹੁੰਦੇ ਹਾਂ, ਬਟ ਸਟਿਲ ਯਾ. ਠੀਕ ਹੈ. ਐਂਡ ਯੂ نو ਟਿਲ ਨਾਓ ਆਈ ਫੀਲ ਦੈਟ ਜਿਹੜਾ ਤੁਹਾਨੂੰ ਉਹ ਮੌਕਾ ਮਿਲਣਾ ਚਾਹੀਦਾ ਸੀਗਾ ਉਹ ਹਰ ਤੱਕ ਨਹੀਂ ਮਿਲਿਆ ਸੀਗਾ. ਕੀ ਰੀਜ਼ਨ ਹੈਗਾ ਇਸ ਚੀਜ਼ ਦਾ? ਮੈਂ ਇਹਦੇ ਚ ਐਕਚੁਅਲੀ ਸ਼ਾਇਦ ਮੇਰੀ ਉਨੀ ਮਿਹਨਤ ਵੀ ਨਹੀਂ ਸੀਗੀ. ਐਂਡ ਸੈਕੰਡ ਥਿੰਗ, ਬੰਦੇ ਦੇ ਵਿੱਚ ਕਈ ਵਾਰੀ ਬਹੁਤ ਗਲਤੀਆਂ ਹੁੰਦੀਆਂ ਜਿਹੜਾ ਕੱਢਦੇ ਟਾਈਮ ਲੱਗ ਜਾਂਦਾ. ਟਰੂ. ਔਰ ਜੇ ਅਸੀਂ ਸਕਸੈਸਫੁਲ ਨਹੀਂ ਹੋ ਰਹੇ ਤਾਂ ਮਤਲਬ ਮੈਂ ਕਿਸਮਤ ਨੂੰ ਨਹੀਂ ਕੋਸਦਾ ਬਹੁਤਾ. ਮੈਂ ਉਹਦੇ ਚ ਆਪਣੀ ਗਲਤੀ ਮੰਨਦਾ ਕਿ ਹਾਂ ਸ਼ਾਇਦ ਕਿਤੇ ਨਾ ਕਿਤੇ ਕੋਈ ਕਮੀ, ਕੋਈ ਉਣਤਾ ਹੀ ਰਹਿ ਗਈ ਜਿਹਦੇ ਕਰਕੇ ਅਜੇ ਤੱਕ ਮੈਨੂੰ ਉਹ ਸਕੋਪ ਨਹੀਂ ਮਿਲ ਰਿਹਾ, ਉਹ ਮੌਕਾ ਨਹੀਂ ਮਿਲਦਾ. Okay, so now Beer Singh is somebody whom celebrities are following ਕਿ ਯਾਰ ਇਹ ਬੰਦੇ ਨੂੰ ਬੁਲਾਓ, ਇਹਦਾ ਗਾਣਾ ਬਹੁਤ ਵਧੀਆ ਲੱਗਿਆ ਹੈਗਾ, ਕੁਝ ਏਦਾਂ ਦਾ. ਇਹ ਕੁਝ ਮਹੀਨਿਆਂ ਚ ਪਰਮਾਤਮਾ ਦੀ ਮਿਹਰ ਹੈ ਜੀ. So how many celebrities have you met till now ਜਿਹੜੇ ਕਹਿੰਦੇ ਵੀਰ ਸਾਡੇ ਨਾਲ ਗਾਣਾ ਕੱਢ? ਦੇਖੋ, ਜਿਨ੍ਹਾਂ ਦੇ ਮੈਨੂੰ ਮੈਸੇजेस ਆਏ ਨੇ, ਵਿਨੇਪਾਲ ਬੁੱਟਰ ਭਾਜੀ, ਐਮੀ ਭਾਜੀ, ਜਾਰਡਨ ਰਵੀਰ, ਓਕੇ, ਬਾਕੀ ਸਾਡੇ ਸਰਕਲ ਦੇ ਤਾਂ ਸਾਰੇ ਹੈਗੇ ਨੇ. ਸੋ ਇਹ ਕੀ ਕਹਿੰਦੇ ਸਾਡੇ ਨਾਲ ਗਾਣਾ ਕੱਢੋ? ਨਹੀਂ ਗਾਣਾ ਤਾਂ ਨਹੀਂ ਐਕਚੁਅਲੀ. ਉਹਨਾਂ ਨੇ ਗਾਣੇ ਨੂੰ ਮੇਰੇ ਦਿਸ਼ਾਹੀਨ ਔਰ ਸਰਵਣ ਦੋ ਗਾਣੇ ਨੇ ਜਿਹਦੇ ਵਿੱਚ ਹੈ ਸਰਵਣ ਪੁੱਤ. ਸੋ ਇਹਨਾਂ ਦੋਵਾਂ ਗਾਣਿਆਂ ਨੂੰ ਲਿਰਿਕਲੀ ਐਂਡ ਜਿਹਦੇ ਚ ਮੇਰੀ ਆਵਾਜ਼ ਹੈ ਦਿਸ਼ਾਹੀਨ, ਇਹਨਾਂ ਦੋਵਾਂ ਗਾਣਿਆਂ ਨੂੰ ਸੁਣਾਉਣ ਵਾਸਤੇ ਫੋਨ ਆਏ ਮੈਨੂੰ ਤਾਂ. ਵੈਰੀ ਨਾਈਸ ਜੀ. ਤੁਹਾਡੀ ਵੋਕਲ ਇਜ਼ ਡਿਫਰੈਂਟ ਐਂਡ ਜਿਹੜਾ ਲਿਰਿਕਸ ਵੀ ਆ ਉਹਦੇ ਤੇ ਵੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਹੈ. ਅੱਛਾ, ਲਿਰਿਕਸ ਵੀ ਤੁਸੀਂ ਲਿਖਿਆ? ਜੀ. ਇੰਟਰਸਟਿੰਗ. ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ. ਵੈਰੀ ਨਾਈਸ. ਸੋ ਯੂ ਆਰ ਅ ਲਿਰਿਸਿਸਟ ਟੂ? ਜੀ ਐਗਜ਼ੈਕਟਲੀ. ਸੋ ਇਹ ਜਿਹੜੇ ਆਰਟਿਸਟ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਸਰਾਹ ਰਹੇ ਨੇ, ਦੇ ਅਪਰੀਸ਼ੀਏਟਿੰਗ ਯੋਰ ਸੌਂਗਸ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇੱਕ jealousy factor ਵੀ ਆਏਗਾ ਜਦ you exceed as an actor, as a celebrity? jealousy ਦੇਖੋ ਕਿਹਦੇ ਵਿੱਚ ਨਹੀਂ ਹੁੰਦੀ. ਜੇ ਮੈਂ ਕਹਾਂ ਮੇਰੇ ਵਿੱਚ ਨਹੀਂ ਹੈਗੀ ਤਾਂ ਇਹ ਵੀ ਝੂਠ ਹੈ. ਮੇਰੇ 'ਚ ਵੀ jealousy ਹੈਗੀ ਹੈ. ਐਗਜ਼ੈਕਟਲੀ. jealousy ਇੱਕ ਇਦਾਂ ਦਾ ਫੈਕਟਰ ਹੈ, ਉਹ ਹੋਣੀ ਵੀ ਚਾਹੀਦੀ, ਪਰ ਉਹਦੀ ਇੱਕ ਲਿਮਿਟ ਹੁੰਦੀ ਹੈ. ਤੁਸੀਂ jealousy ਕਰਕੇ ਕਿਸੇ ਦਾ ਕੋਈ ਬੁਰਾ ਤਾਂ ਨਹੀਂ ਤੱਕਦੇ. jealousy ਦੇ ਨਾਲ ਜੇ ਮੈਂ ਮੰਨਦਾ ਕਿ ਜੇ ਕਿਸੇ 'ਚ jealousy ਨਹੀਂ ਹੈਗੀ, ਗਰੋਥ ਵੀ ਨਹੀਂ ਕਰਦਾ. ਤੁਸੀਂ ਕਿਸੇ ਤੋਂ ਥੋੜਾ ਜਿਹਾ ਜੈਲਸ ਹੁੰਦੇ ਹੋ ਤਾਂ ਹੀ ਤੁਸੀਂ ਗਰੋਥ ਮੋਟੀਵੇਟ ਕਰਦੇ ਹੋ. ਮੋਟੀਵੇਸ਼ਨ ਲਈ ਜੈਲਸੀ ਜ਼ਰੂਰੀ ਹੁੰਦੀ ਆ. ਟਰੂ. ਪਰ ਉਹ ਜੈਲਸੀ ਜਿਹੜੀ ਆ ਉਹ ਕਈ ਵਾਰੀ ਹਾਰਮਫੁਲ ਵੀ ਹੁੰਦੀ ਆ. ਸੋ ਉਹ ਬੰਦੇ ਨੂੰ ਮੈਨੇਜ ਕਰਨਾ ਪੈਂਦਾ ਕਿ ਕਿੰਨੀ ਕੁ ਰੱਖਣੀ, ਕਿੰਨੀ ਕੁ ਨਹੀਂ ਰੱਖਣੀ. ਰਾਈਟ. ਸੋ ਯੂ ਬੀਨ ਟਰੈਵਲਿੰਗ ਔਨ ਐਂਡ ਆਫ. ਘਰ ਪਰਿਵਾਰ ਕਿੱਥੇ ਹੈ ਤੁਹਾਡਾ? ਮੈਂ ਐਕਚੁਅਲੀ ਰਹਿਣ ਵਾਲਾ ਪਿੰਡ ਦਾ ਆ,
ਮੇਰਾ ਪਿੰਡ ਹੈ ਨਾਗੋਕੇ ਔਰ ਇਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦਾ, ਖਡੂਰ ਸਾਹਿਬ ਦੇ ਬਿਲਕੁਲ ਨਾਲ। ਓਕੇ, ਇਹ ਮੈਂ ਪਹਿਲੀ ਵਾਰੀ ਸੁਣਿਆ। ਓਕੇ, ਤੁਸੀਂ ਪਿੰਡ ਦਾ ਨਾਮ ਸੁਣਿਆ? ਓਕੇ, ਮੈਂ ਇੱਕ ਹੋਰ ਸਟੋਰੀ ਦੱਸ ਦਿੰਦਾ। ਓਕੇ, ਦੋ ਭਰਾ ਸੀਗੇ, ਨੱਗਾ ਤੇ ਖੱਡਾ। ਇੱਕ ਨੇ ਖਡੂਰ ਸਾਹਿਬ ਬਣਾਇਆ, ਇੱਕ ਨੇ ਨਾਗੋਕੇ ਬਣਾਇਆ। Okay. Yeah. History time. Okay, interesting. ਇਹ ਪਹਿਲੀ ਵਾਰੀ ਮੈਨੂੰ ਕਿਸੇ ਨੇ ਦੱਸਿਆ ਹਿਸਟਰੀ। Okay, ਮੈਂ ਜਦੋਂ ਛੋਟਾ ਸੀਗਾ ਨਾ, ਮੇਰੀ ਆਦਤ ਹੁੰਦੀ ਸੀ ਕਿ ਕੋਈ ਵੀ ਨਾਮ ਸੁਣਨਾ ਜੀ, ਉਹਦੀ ਪਿਛਲੀ ਹਿਸਟਰੀ ਨੂੰ ਕੱਢਣਾ ਕਿ ਐਕਚੁਅਲੀ ਇਹ ਨਾਮ ਆਇਆ ਕਿੱਥੋਂ ਓਰੀਜਿਨੇਟ ਹੋਇਆ। ਸੋ ਇਹ ਮੇਰੇ ਦਾਦਾ ਜੀ ਨੇ ਮੈਨੂੰ ਗੱਲ ਦੱਸੀ ਸੀ ਕਿ ਇਦਾਂ ਦੋ ਭਰਾ ਹੁੰਦੇ ਸੀਗੇ, ਇੱਕ ਉੱਥੇ ਵਸ ਗਿਆ, ਇੱਕ ਇੱਥੇ ਵਸ ਗਿਆ, ਰਾਈਟ, ਉਹਨਾਂ ਦੇ ਨਾਮ ਤੇ ਫਿਰ ਪਿੰਡ ਬਣੇ ਸੀ। ਸੋ ਇਹ ਤਾਂ ਹੋ ਗਈ ਪਿੰਡ ਦੀ ਗੱਲ। ਹੁਣ ਮੈਨੂੰ ਇਹ ਦੱਸੋ ਕਿ ਵੀਰ ਦਾ ਅਸਲੀ ਨਾਂ ਕੀ ਹੈ? ਮੇਰਾ ਅਸਲੀ ਨਾਂ ਹੈਗਾ ਜੀ ਤੇਜਵੀਰ ਸਿੰਘ। ਤੇ ਇਹ ਕਿੱਥੋਂ ਆਇਆ? ਵੀਰ ਸਿੰਘ ਦਾ ਐਕਚੁਅਲੀ ਜਿਹੜਾ ਸਫ਼ਰ ਹੈ ਨਾ, ਇਹ ਮੇਰੇ ਮਮ ਤੋਂ ਸ਼ੁਰੂ ਹੁੰਦਾ। ਰਾਈਟ। ਸਾਡੇ ਉੱਥੇ ਇੱਕ ਪਿੰਡ ਪੈਂਦਾ ਲਾਗੇ ਨੌਰੰਗਾਬਾਦ, ਐਂਡ ਉੱਥੇ ਦੇ ਇੱਕ ਸ਼ਹੀਦ ਸਿੰਘ ਨੇ, ਬਾਬਾ ਵੀਰ ਸਿੰਘ। ਅੱਛਾ ਜੀ। ਸੋ ਮੇਰੇ ਮਮ ਉਹਨਾਂ ਨੂੰ ਬਹੁਤ ਫੋਲੋ ਕਰਦੇ ਸੀਗੇ, ਉਹਨਾਂ ਦੀਆਂ ਬੁੱਕਸ ਪੜ੍ਹਨੀਆਂ, ਐਂਡ ਈਵਨ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੈਨੂੰ ਉਹਨਾਂ ਦੀਆਂ ਸਟੋਰੀਜ਼ ਸੁਣਾਉਣੀਆਂ, ਐਂਡ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਟੋਰੀਜ਼ ਸੁਣਾਉਣੀਆਂ। ਰਾਈਟ। ਵੀਰ ਦੇ ਵਿੱਚ ਇੱਕ ਤਾਂ ਐਕਚੁਅਲੀ ਹੈਗਾ ਕਿ ਵੀਰਤਾ ਭਰਿਆ, ਜਿੱਦਾਂ ਕੋਈ ਵੀ ਵੀਰ ਨਾਮ ਸੁਣਦਾ ਤਾਂ ਮਤਲਬ ਕਿ ਹਾਂ ਯੋਧਾ ਐਂਡ ਆਲ। ਰਾਈਟ ਰਾਈਟ। ਤੇ ਪਰ ਮੇਰੀ ਮਾਂ ਨੇ ਮੈਨੂੰ ਵੀਰ ਦੇ ਕੁਝ ਮਾਇਨੇ ਹੋਰ ਵੀ ਸਮਝਾਏ ਸੀਗੇ। ਸੋ ਸਾਡੇ ਦੋਵਾਂ ਭਰਾਵਾਂ ਦੇ ਨਾਮ ਵਿੱਚ ਹੀ ਵੀਰ ਸੀਗਾ। ਛੋਟੇ ਦਾ ਨਾਮ ਜੋਧਵੀਰ ਹੈ, ਮੇਰਾ ਨਾਮ ਤੇਜਵੀਰ ਹੈ। So you're the elder one, more responsible one. Yeah, okay, I'm the elder one. ਛੋਟਾ MBBS ਕਰ ਰਿਹਾ, he is living in Russia. Okay. ਤੇ ਉਸ ਤੋਂ ਬਾਅਦ ਫਿਰ ਜਦੋਂ my mom passed away in 2008 ਐਂਡ ਉਹਦੇ ਬਾਅਦ ਫਿਰ ਜਦੋਂ ਮੈਨੂੰ ਲੱਗਿਆ ਕਿ ਹਾਂ ਹੁਣ ਮੈਂ ਪ੍ਰੋਫੈਸ਼ਨਲੀ ਹੋਣਾ ਆ, ਤਾਂ ਸਾਰੇ ਕਹਿੰਦੇ ਯਾਰ ਤੇਜਵੀਰ ਸਿੰਘ ਗਿੱਲ ਬਹੁਤ ਵੱਡਾ ਨਾਮ ਹੈ, ਇਹਨੂੰ ਛੋਟਾ ਕਰਦੇ, ਵੀਰ ਗਿੱਲ ਕਰਦੇ, ਵੀਰ ਸਿੰਘ ਕਰਦੇ, ਤੇਜ ਸਿੰਘ ਕਰਦੇ, ਤੇਜ ਗਿੱਲ ਕਰਦੇ। ਉਦੋਂ ਤੇਜੀ ਗਿੱਲ ਨਾਮ ਦਾ ਵੀ ਸਿੰਗਰ ਸੀਗਾ, ਤੇਜੀ ਗਿੱਲ, ਤੇਜੀ ਸੰਧੂ ਵੀ ਸੀਗਾ। ਉਦੋਂ ਵੀਰ ਸਿੰਘ ਨਾਮ ਕੋਈ ਖਾਸ ਇੱਥੇ ਨਹੀਂ ਸੀਗਾ। ਰਾਈਟ। ਸੋ ਅੱਜ ਦੀ ਡੇਟ ਦੇ ਵਿੱਚ ਸਾਰੇ ਵੀਰ ਸਿੰਘ ਨੂੰ ਜਾਣਦੇ, ਵੀਰ ਸਿੰਘ ਨੂੰ ਜਾਣਦੇ। ਤੇਜਵੀਰ ਨੂੰ ਸਿਰਫ ਮੇਰੇ ਕਲੋਜ਼ ਵਨਸ ਜਾਣਦੇ ਕਿ ਤੇਜਵੀਰ ਸਿੰਘ ਕੌਣ ਹੈ। ਸੋ ਇਜ਼ ਇਟ ਬਿਕਾਜ਼ ਕਮਰਸ਼ੀਅਲੀ ਵੀ ਤੁਹਾਨੂੰ ਇਹ ਨਾਮ ਵਧੀਆ ਲੱਗ ਰਿਹਾ? ਹਾਂ, ਕਮਰਸ਼ੀਅਲੀ ਵੀ, ਕਿਉਂਕਿ ਲੈਣਾ ਵੀ ਸੌਖਾ ਆ। ਹਾਂ, ਇੱਕ ਚੀਜ਼ ਦੀ ਛੋਟੀ ਜਿਹੀ ਪ੍ਰੋਬਲਮ ਆ, ਜਦੋਂ ਮੈਂ ਕੋਈ ਰੋਮਾਂਟਿਕ ਗਾਣਾ ਕਰਦਾ ਉੱਥੇ ਮੈਂ ਵੀਰ ਲਿਖ ਨਹੀਂ ਪਾਉਂਦਾ ਕਿਉਂਕਿ ਉਹ ਜ਼ਿਆਦਾ ਵੀਰ ਵਰਗਾ ਲੱਗਦਾ ਹੈ। ਕੁੜੀ ਕਹਿ ਨਹੀਂ ਸਕਦੀ ਤੂੰ ਮੇਰਾ ਵੀਰ ਹੈ ਨਾ, ਉਹ ਵੀਰ ਕਹਿਣਾ ਚਾਹੁੰਦੀ ਹੁੰਦੀ ਹੈ ਪਰ ਉਹ ਲੱਗਦਾ ਵੀਰ ਸਿੰਘ। better call him ਤੇਜਵੀਰ ਸਿੰਘ, right? Okay. ਦਿਸ਼ਾਹੀਨ ਕਿਸ ਤਰ੍ਹਾਂ ਤੁਹਾਡੇ ਵੱਲ ਆਇਆ? How did you get the opportunity of singing for the production of Priyanka Chopra? I was linked with Amrinder Paji from Love Punjab. Love Punjab ਦੇ ਵਿੱਚ ਇੱਕ ਗੀਤ ਸੀਗਾ ਮੇਰਾ। ਅੱਛਾ। ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ। ਮੈਨੂੰ ਨਹੀਂ ਪਤਾ ਸੀ। ਓਕੇ। ਉਹ ਲਿਖਿਆ ਮੇਰਾ ਹੋਇਆ ਜੀ। ਆਲਰਾਈਟ। ਸਰਵਣ ਸ਼ੁਰੂ ਹੋਈ ਤੇ ਮੈਂ ਸਰਵਣ ਦੇ ਸੈੱਟ ਤੇ ਭਾਜੀ ਨੂੰ ਮਿਲਣ ਨਹੀਂ ਆਇਆ ਹੋਇਆ ਸੀ ਐਕਚੁਅਲੀ। ਤਾਂ ਅੰਬਰਦੀਪ ਭਾਜੀ ਤੇ ਮੈਂ ਬੈਠੇ ਹੋਏ ਸੀਗੇ ਤਾਂ ਕਹਿੰਦੇ ਆ ਸਿਚੁਏਸ਼ਨ ਆ, ਕੈਨ ਯੂ ਡੂ ਸਮਥਿੰਗ ਫॉर ਇਟ। ਜਦੋਂ ਸ਼ੁਰੂ ਕੀਤਾ ਤਾਂ ਮੈਨੂੰ ਮੇਰੇ ਭਰਾ ਦਾ ਇੱਕ ਲਿਖਿਆ ਹੋਇਆ ਗਾਣਾ ਯਾਦ ਆਇਆ, ਅਸੀਂ ਦਿਸ਼ਾਹੀਣ ਤੇਰੇ ਹੀ ਸੰਗੇ। ਉਹਨੇ ਇੱਕ ਛੋਟੀ ਜੀ ਲਾਈਨ ਲਿਖੀ ਹੋਈ ਸੀ, ਅਸੀਂ ਦਿਸ਼ਾਹੀਣ। ਬ੍ਰਦਰ ਰਾਈਟਸ ਸੌਂਗਸ ਐਸ ਵੈਲ। ਸੋ ਉਹ ਦਿਸ਼ਾਹੀਣ ਜਿਹੜਾ ਵਰਡ ਸੀਗਾ ਨਾ, ਉਹ ਬਹੁਤ ਟੁਕਦਾ ਸੀ ਉੱਥੇ। ਮੈਂ ਕਿਹਾ ਦਿਸ਼ਾਹੀਣ ਵਰਡ ਤੁਹਾਨੂੰ ਕਿੱਦਾਂ ਲੱਗਦਾ? ਕਹਿੰਦੇ ਇਹ ਵਰਡ ਤਾਂ ਬਹੁਤ ਸੋਹਣਾ ਹੈ ਪਰ ਇੱਥੇ ਕੰਮ ਕਰਨਾ ਪਊਗਾ। ਰਾਈਟ। ਫਿਰ ਸੈੱਟ ਤੇ ਵੈਨਿਟੀ ਦੇ ਵਿੱਚ ਬੈਠਾ ਹੋਇਆ ਸੀਗਾ ਮੈਂ 15-20 ਮਿੰਟ ਉੱਥੇ ਵੈਨਿਟੀ 'ਚ ਬੈਠਾ ਰਿਹਾ, ਫਿਰ ਉੱਥੇ ਹੀ ਮੈਂ ਗਾਣਾ ਲਿਖਿਆ ਸੀਗਾ ਤੇ ਕੰਪੋਜੀਸ਼ਨ ਤਾਂ ਉਹ ਲਿਖਦੇ ਲਿਖਦੇ ਹੀ ਬਣ ਗਈ ਸੀਗੀ। ਓਕੇ। ਸੋ ਉਹ ਲੈ ਕੇ ਫਿਰ ਮੈਂ ਉੱਥੇ ਜਦੋਂ ਸੈੱਟ ਤੇ ਪਹੁੰਚੇ ਮੈਂ ਕਿਹਾ ਭਾਜੀ ਆਈ ਹੈਵ ਡਨ ਤੇ ਤੁਸੀਂ ਸੁਣ ਲਓ। ਸੁਣਿਆ ਭਾਜੀ ਕਹਿੰਦੇ ਯਾਰ ਕਮਾਲ ਹੋ ਗਈ। ਵੈਰੀ ਨਾਈਸ। ਇਹੀ ਤਾਂ ਸੀਗਾ ਜਿਹੜਾ ਅਸੀਂ ਲੱਭ ਰਹੇ ਸੀਗੇ। ਉਹ ਫਿਰ ਉੱਥੇ ਪ੍ਰੋਪਰਲੀ ਉਹ ਜਿਹੜਾ ਸੈੱਟ ਹੋਇਆ ਸੀ। Interesting. So that's a coincidence, I must say, है ना? So I must say, yeah, Amber works pretty much impromptu. ਉਹਨਾਂ ਦਾ working style ਵੀ ਇਦਾਂ ਦਾ ਹੀ ਹੈ ਕਿ ਉਹਨਾਂ ਨੂੰ ਜੋ ਚੀਜ਼ ਪਸੰਦ ਆਉਂਦੀ ਉਹ ਸੈੱਟ ਤੇ ਉਹ ਚੇਂਜ ਵੀ ਕਰ ਦਿੰਦੇ ਹੁੰਦੇ। This is what I've learned. So is it a coincidence ਕਿ you were there at the right time probably? You know, ਜਿੱਦਾਂ ਹੁੰਦਾ ਨਾ ਰੱਬੀ ਮਿਲਾਪ ਕਹਿ ਸਕਦੇ ਕਿਉਂਕਿ ਇਹ ਐਕਚੁਅਲੀ ਜਿਹੜਾ ਦਿਸ਼ਾਹੀਣ ਆ, ਜਿੱਦਾਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਮੇਰੇ ਭਰਾ ਦੀ ਲਿਖੀ ਲਾਈਨ ਸੀ, ਮੈਂ ਉਹ ਲਾਈਨ ਨੂੰ ਲੈ ਕੇ ਉਹਦੇ ਤੇ ਵਰਕ ਕਰ ਰਿਹਾ ਸੀ ਬਿਕਾਜ਼ ਛੋਟੇ ਦੀ ਆਦਤ ਹੈ ਕਿ ਉਹਨੂੰ ਜੋ ਵੀ ਆਈਡੀਆ ਆਉਂਦਾ ਮੈਨੂੰ ਦੱਸ ਦਿੰਦਾ। ਅੱਛਾ। ਦੈਨ ਮੈਂ ਉਹ ਆਈਡੀਆ ਕਰਾਫਟ ਕਰਦਾ ਹਾਂ। ਇੰਟਰਸਟਿੰਗ। ਸੋ ਕਈ ਵਾਰੀ ਆਈਡੀਆ ਮੇਰਾ ਹੁੰਦਾ, ਕਈ ਵਾਰੀ ਉਹਦਾ ਹੁੰਦਾ, ਸਾਡਾ ਰਲਿਆ ਮਿਲਿਆ ਹੁੰਦਾ। ਸੋ ਇਟ ਆਲ ਰਨਸ ਇਨ ਦ ਫੈਮਿਲੀ, ਹੈ ਨਾ? ਸਾਡੇ ਦੋਵਾਂ ਚ ਐਕਚੁਅਲੀ। ਬਾਕੀਆਂ ਚ ਨਹੀਂ? ਹਾਂ, ਬਾਕੀਆਂ ਚ ਨਹੀਂ ਹੈਗਾ। ਮਾਈ ਡੈਡ ਉਹ ਤਾਂ ਜਦਾਂ ਗਵਰਨਮੈਂਟ EMPLOYE ਨੇ। ਅੱਛਾ ਜੀ। ਉਹਨਾਂ ਨੂੰ ਤਾਂ ਕੋਈ ਇਹਦੇ ਚ ਹੈ ਨਹੀਂ ਲਿਖਣ ਦੇ ਵਿੱਚ। ਸੋ ਉਹਨਾਂ ਨੇ ਕਦੀ ਤੁਹਾਨੂੰ ਰੋਕਿਆ ਨਹੀਂ ਕਿ ਵੀਰੇ ਵਾਟ ਆਰ ਯੂ ਡੂਇੰਗ ਵੀਰ? ਨੈਵਰ। ਉਹ ਹਮੇਸ਼ਾ ਐਨਕਰੇਜਮੈਂਟ ਦਿੰਦੇ ਰਹਿੰਦੇ ਆ ਸਾਨੂੰ, ਡੂ ਇਟ ਤੂੰ ਮਿਹਨਤ ਨਹੀਂ ਕਰਦਾ, ਤੂੰ ਰਿਆਜ਼ ਨਹੀਂ ਕਰਦਾ, ਤੂੰ ਏਦਾਂ ਤੂੰ। Also he likes you into music. Exactly. ਕਿ ਉਹਨਾਂ ਨੂੰ ਛੋਟੇ ਹੁੰਦੇ ਤੋਂ ਜਿੱਦਾਂ ਉਹ ਦੇਖਦੇ ਰਹੇ ਕਿ ਹਾਂ he is more successful in singing than studies.
ਸੋ ਬਚਪਨ ਚ ਤੁਸੀਂ ਸ਼ਬਦ ਕੀਰਤਨ ਕਰਦੇ ਹੁੰਦੇ ਸੀ ਗੁਰਦੁਆਰੇ ਜਾਂ ਵਾਟ? ਨਹੀਂ ਇਦਾਂ ਦਾ ਤਾਂ ਕੁਝ ਨਹੀਂ। ਮੈਂ ਜਨਰਲੀ ਸਾਰੇ ਨਾ ਇੱਥੋਂ ਹੀ ਨਿਕਲਦੇ ਹੁੰਦੇ ਆ। ਨਹੀਂ ਇਦਾਂ ਦਾ ਤਾਂ ਨਹੀਂ। ਓਕੇ ਮੈਂ ਐਕਚੁਅਲੀ ਸ਼ੁਰੂ ਤੋਂ ਹੀ ਫੋਕ ਦੇ ਵਿੱਚ ਸੀਗਾ ਕਾਫੀ। ਫੋਕ ਦੇ ਵਿੱਚ ਜ਼ਿਆਦਾ ਕੰਮ ਕੀਤਾ, ਫਿਰ ਕਵਿਸ਼ਰੀ ਦੇ ਵਿੱਚ ਕੰਮ ਕੀਤਾ ਕਾਫੀ। ਫਿਰ ਜਦੋਂ ਸਕੂਲ ਲੈਵਲ ਤੋਂ ਨਿਕਲ ਕੇ ਕਾਲਜ ਲੈਵਲ ਤੇ ਪਹੁੰਚੇ, ਫਿਰ ਜਦੋਂ ਤੁਹਾਨੂੰ ਦੱਸਿਆ ਮੈਂ ਬੈਂਡ ਸੀਗਾ। ਬੈਂਡ ਦੇ ਵਿੱਚ ਅਸੀਂ ਮੇਰੀਆਂ ਕੰਪੋਜੀਸ਼ਨਸ। What was the band name? The Malangis। The Malangis। ਹੁਣ ਵੀਰ ਗਾਣਾ ਹੋ ਗਿਆ, ਪਲੇਬੈਕ ਹੋ ਗਈ, ਸਕਸੈਸ ਮਿਲ ਗਿਆ, ਇਟਸ ਹਿਊਜ ਜੀ। I mean it's a huge responsibility। ਬੰਦਾ ਸਕਸੈਸਫੁਲ ਤਾਂ ਹੋ ਜਾਂਦਾ, ਪਰ ਉਹਦੇ ਬਾਅਦ ਅੱਗੇ ਕੀ? ਹਾਂ, ਰਿਸਪੌਂਸਿਬਿਲਿਟੀ ਬਾਅਦ ਚ ਸ਼ੁਰੂ ਹੁੰਦੀ ਹੈ। Yeah, true। I mean ਮੈਨੂੰ ਲੱਗਦਾ ਕਿ ਵੀਰੇ ਗਾਣਾ ਟੀਵੀ ਤੇ ਚੱਲ ਪਿਆ, ਹਿੱਟ ਹੋ ਗਿਆ, ਸੁਪਰਸਟਾਰ, everybody knows Beer Singh। Now what next? ਮੋਢਿਆਂ ਤੇ ਭਾਰ ਹੋਰ ਵੱਧ ਗਿਆ ਥੋੜਾ ਜਿਹਾ। ਐਂਡ ਕਿਉਂਕਿ ਜਿਹੜੇ ਸਾਡੇ ਫੈਨਸ ਨੇ ਨਾ, ਉਹ ਬਹੁਤ ਆਸਾਂ ਰੱਖ ਲੈਂਦੇ ਨੇ। Yeah, true। ਸੋ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਤਰ੍ਹਾਂ ਵੀ ਉਹਨਾਂ ਦੀ ਆਸਾਂ ਦੇ ਉੱਤੇ ਪਾਣੀ ਫੇਰਾਂ ਜਾਂ ਮੈਂ ਉਹਨਾਂ ਨੂੰ ਡਿਸਅਪੁਆਇੰਟ ਕਰ ਦੇਵਾਂ। ਸੋ ਮੈਂ ਆਪਣੇ ਆਉਣ ਵਾਲੇ ਜਿਹੜੇ ਵੀ ਜੋ ਵੀ ਮੈਂ ਕਰਨਾ, ਮੈਂ ਆਪਣੀ ਐਲਬਮ ਤੇ ਵੀ ਕੰਮ ਕਰ ਰਿਹਾ। ਅੱਛਾ, ਯੂ ਮੇਕਿੰਗ ਐਨ ਐਲਬਮ? ਜੀ। ਇੰਟਰਸਟਿੰਗ। ਅੱਜ ਕੱਲ੍ਹ ਦੀ ਡੇਟਸ ਤਾਂ ਵੈਸੇ ਹੀ ਸਿੰਗਲ ਕੱਢ ਰਹੇ ਨੇ ਸਾਰੇ, ਤੁਸੀਂ ਐਲਬਮ? ਨਹੀਂ, ਮੈਂ ਐਕਚੁਅਲੀ ਕਿਉਂਕਿ ਮੇਰੇ ਗਾਣੇ ਹੈਗੇ ਸੁਣਨ ਵਾਲੇ। ਪੁਆਇੰਟ ਓਕੇ। ਸੋ ਜੇ ਸੁਣਨ ਵਾਸਤੇ ਦੇਣੇ ਆ ਤਾਂ ਇੱਕ ਅੱਧੇ ਗਾਣੇ ਨਾਲ ਤਾਂ ਕੀ ਹੈ ਫਿਰ। ਐਬਸੋਲੂਟਲੀ ਟਰੂ। 8-9 ਗਾਣੇ ਤਾਂ ਸਾਰੇ ਸੁਣ ਵੀ ਸਕਣ ਪਿਆਰ ਨਾਲ। ਸੋ ਇਸ ਕਰਕੇ ਐਲਬਮ ਤੇ ਕੰਮ ਕਰ ਰਹੇ ਹਾਂ ਤੇ ਹੁਣ ਤੱਕ ਮੈਂ 25-26 ਗਾਣੇ ਦੇਖ ਚੁੱਕਾ। ਕਰਨੇ ਪਤਾ ਨਹੀਂ ਮੈਂ 6 ਆ ਕਿ 7 ਆ ਕਿ 8 ਆ। ਅੱਛਾ, ਓਕੇ। ਪਰ ਮੈਂ ਸਿਰਫ ਉਹਨਾਂ ਨੂੰ ਦੇਖੀ ਜਾ ਰਿਹਾ, ਪਰਖੀ ਜਾ ਰਿਹਾ ਕਿ ਕਿਹੜਾ ਗਾਣਾ ਇਸ ਤੋਂ ਬੈਟਰ ਹੈ, ਕਿਹੜਾ ਇਸ ਤੋਂ ਬੈਟਰ ਹੈ। ਸਾਰੇ ਗਾਣੇ ਇੱਕੋ ਜਨਰ ਦੇ ਹੈਗੇ, ਈਜ਼ੀ ਲਿਸਨਿੰਗ ਹੈ? ਅਲੱਗ-ਅਲੱਗ ਨੇ ਜੀ ਸਾਰੇ। ਚੱਕਵਾ ਗੀਤ ਵੀ ਹੈਗਾ ਕੋਈ? ਨਹੀਂ, ਚੱਕਵਾ ਤਾਂ ਕੋਈ। ਕਿਉਂ ਤੁਹਾਨੂੰ ਕਿਸੇ ਨੇ ਨਹੀਂ ਬੋਲਿਆ? ਨਵੇਂ ਸਿੰਗਰਾਂ ਨੂੰ ਜਿਹੜੇ ਈਜ਼ੀ ਗਾਉਂਦੇ ਹੁੰਦੇ ਨਾ, ਉਹਨਾਂ ਨੂੰ ਇੰਡਸਟਰੀ ਸਭ ਤੋਂ ਪਹਿਲਾਂ ਬੋਲਦੀ ਹੈ ਵੀਰੇ ਚਕਮਾ ਗੀਤ ਕੱਢੋ ਤਾਂ ਹੀ ਸ਼ੋਅ ਮਿਲਣਗੇ। ਚੱਕਵਾ ਐਕਚੁਅਲੀ ਚੱਕਵੇ ਦੀ ਸੈਂਸ ਜਿਹੜੀ ਨਾ ਥੋੜੀ ਜਿਹੀ ਵਿਗੜ ਗਈ ਹੈ। ਯਾ ਟਰੂ। ਐਵਰੀਬਾਡੀ ਇਜ਼ ਟਾਕਿੰਗ ਅਬਾਊਟ ਸ਼ੋਜ਼, ਲਾਈਵ ਸ਼ੋਜ਼। ਚਕਮਾ ਗੀਤ ਕੱਢੋ, ਲਾਈਵ ਸ਼ੋਅ ਮਿਲੇਗਾ, ਕੈਨੇਡਾ ਟੂਰ ਮਾਰ ਕੇ ਆਓ, ਬਸ ਸਕਸੈਸਫੁਲ। ਤੁਸੀਂ ਸਿੰਗਰ ਹੀ ਬਹੁਤ ਜਗਜੀਤ ਸਿੰਘ ਬਹੁਤ ਸਕਸੈਸਫੁਲ ਸੀਗੇ ਸ਼ੋਜ਼ ਨੂੰ ਲੈ ਕੇ, ਔਰ ਉਹਨਾਂ ਨੇ ਕਦੀ ਚੱਕਵਾ ਨਹੀਂ ਗਾਇਆ। ਸੁਣੋ, ਇਹ ਬੰਦਾ ਗੱਲ ਕਰ ਰਿਹਾ ਹੈ। ਗੁੱਡ ਇੰਟਰਸਟਿੰਗ ਟੂ ਹੈਵ ਸਮਬਡੀ ਹੂਜ਼ understanding music more than jing bang that's going on in the industry। Music ਦੀਆਂ ਨਾ ਕੁਝ ਰਿਸਪੌਂਸਿਬਿਲਿਟੀਜ਼ ਨੇ ਜੀ, ਜਾਂ ਤਾਂ ਸਕੂਨ ਦੇਣਾ, ਜਾਂ ਸੋਸਾਇਟੀ ਦੇ ਸੱਚ ਨੂੰ ਬਿਆਨ ਕਰਨਾ, ਜਾਂ ਫਿਰ ਤੁਹਾਨੂੰ ਸ਼ੀਸ਼ਾ ਦਿਖਾ ਦੇਣਾ। ਇਹ ਕੁਝ ਰਿਸਪੌਂਸਿਬਿਲਿਟੀਜ਼ ਨੇ। 3 ਮੈਂ ਗਣਾਈਆਂ, ਹੋਰ ਵੀ ਕਈ ਨੇ। ਔਰ ਜਿਹੜਾ ਗਾਣਾ ਇਹ ਮੇਰੇ ਖਿਆਲ ਇਹਨਾਂ ਚੋਂ ਇੱਕ ਵੀ ਰਿਸਪੌਂਸਿਬਿਲਿਟੀ ਨਹੀਂ ਨਿਭਾਉਂਦਾ ਨਾ, ਉਹ ਗਾਣਾ ਐਵੇਂ ਹੀ ਆ। ਫਿਰ ਉਹ ਸਿਰਫ ਲਾਈਨਾਂ ਜੋੜੀਆਂ ਹੋਈਆਂ, ਉਹ 'ਚ ਕੋਈ ਇਮੋਸ਼ਨ ਨਹੀਂ ਹੈ, ਕੋਈ ਤੱਤ ਨਹੀਂ ਹੈ। This kind of a thing, somebody I just remember ਕਿ even Happy Rai Koti said the same thing to me ਕਿ ਜਿਹੜਾ ਤੁਹਾਡਾ ਮਿਊਜ਼ਿਕ ਹੁੰਦਾ ਨਾ, ਉਹਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ। ਜੇ ਤੁਹਾਡੇ ਮਿਊਜ਼ਿਕ ਦੇ ਥਰੂ ਸੋਸਾਇਟੀ ਨੂੰ ਇੱਕ ਮੈਸੇਜ ਨਹੀਂ ਮਿਲ ਰਿਹਾ ਨਾ, ਤਾਂ ਉਸ ਗਾਣੇ ਦਾ ਕੋਈ ਫਾਇਦਾ ਨਹੀਂ ਹੈਗਾ, ਜਾਂ ਕੋਈ ਇਮੋਸ਼ਨ ਆਫ ਕੋਰਸ। ਸੋ ਇੰਟਰਸਟਿੰਗ ਅਬਾਊਟ ਦੈਟ। ਬਟ ਓਕੇ ਫਾਈਨ, ਲੀਵਿੰਗ ਨਾਓ ਦਿਸ਼ਾਹੀਨ ਅਸਾਈਡ ਐਂਡ ਐਵਰੀਥਿੰਗ ਅਸਾਈਡ, ਵਾਟਸ ਬੀਰ ਪਲੈਨਿੰਗ ਟੂ ਡੂ ਬਿਸਾਈਡ ਦੀ ਐਲਬਮ? ਇਸ ਤੋਂ ਬਾਅਦ ਕੀ? ਹੁਣ ਇੱਕ ਤਾਂ ਸਾਡੀ ਮੂਵੀ ਪਲਾਨ ਚੱਲ ਰਿਹਾ ਜੀ, ਵੇਖ ਬਰਾਤਾਂ ਚੱਲੀਆਂ। okay, Amrinder Gill and Ranjeev Amrinder Gill ਭਾਜੀ, ਬਿੰਨੂ ਭਾਜੀ, ਬਾਵਾ ਭਾਜੀ, ਐਂਡ 31 ਮਾਰਚ ਨੂੰ ਇਹ ਰਿਲੀਜ਼ ਹੋਣੀ ਹੈ। ਅੱਛਾ। ਇਹਦੇ ਕੁਝ ਗਾਣੇ ਮੈਂ ਲਿਖੇ ਹੋਏ ਆ। ਓਕੇ, ਲਿਖੇ ਹੋਏ ਕਿ ਗਾਏ ਹੋਏ? ਅਜੇ ਤਾਂ ਲਿਖੇ ਹੋਏ ਆ, ਹੁਣ ਤਾਂ ਪਤਾ ਨਹੀਂ। ਹਾਂਜੀ ਆਲਰਾਈਟ। ਐਂਡ 31 ਨੂੰ ਰਿਲੀਜ਼ ਹੈ ਇਹਦਾ ਮੂਵੀ ਦਾ। ਤੇ ਬਾਕੀ ਦੇਖੋ, ਮਿਹਨਤ ਤਾਂ ਬਹੁਤ ਕੀਤੀ ਹੈ ਸਾਰੀ ਟੀਮ ਨੇ। ਪਲੇਬੈਕ ਸਿੰਗਿੰਗ ਦੇ ਵਿੱਚ ਤੁਸੀਂ ਵੜ ਗਏ ਜੀ, ਰਾਈਟ? ਜੀ। ਮੈਨੂੰ ਇਹ ਦੱਸੋ, ਕਿਉਂਕਿ ਇੱਕ ਭੜੇ ਮਾਨਸ ਨੇ ਨਾ ਇੱਕ ਵਾਰੀ ਮੈਨੂੰ ਦੱਸਿਆ ਸੀਗਾ ਕਿ ਨਾ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਹੈਗੀ ਨਾ, ਉਹਦੀ ਜਿਹੜੀ ਪਲੇਬੈਕ ਹੈਗੀ ਆ, ਉਹ ਇੰਨੀ ਰਿਸਪੈਕਟੇਬਲ ਨਹੀਂ ਹੈਗੀ। You know, people say that it's not very respectable। ਹੁਣ ਤੁਸੀਂ ਵੜ ਗਏ ਉਸ ਲਾਈਨ ਦੇ ਵਿੱਚ। ਹੁਣ ਮੈਨੂੰ ਦੱਸੋ ਕਿ ਕਿੱਦਾਂ ਦਾ ਹੈਗਾ ਹੈ ਕੈਮਰੇ ਦੇ ਪਿੱਛੇ ਦੀ ਦੁਨੀਆ ਦੇ ਵਿੱਚ ਜਾ ਕੇ ਗਾਣਾ, ਐਂਡ ਯੂ نو what kind of treatment do you get? ਤੁਸੀਂ ਮੇਰੀ ਰਿਸਪੈਕਟ ਕਰਦੇ ਹੋ? ਮੈਂ ਤਾਂ ਕਰਦਾ ਹਾਂ, ਤਾਂ ਫਿਰ ਦੇਖ ਲਓ, ਰਿਸਪੈਕਟੇਬਲ ਤਾਂ ਹੈ ਹੀ ਹੈ ਜੀ। ਇਹ ਤਾਂ ਡਿਪੈਂਡ ਕਰਦਾ ਹੈ ਕਿ ਹਨਾ, ਹੁਣ ਰਫੀ ਸਾਹਿਬ ਸਾਰੀ ਜ਼ਿੰਦਗੀ ਪਿੱਛੇ ਰਹੇ, ਸਾਰੀ ਜ਼ਿੰਦਗੀ ਬੈਕਗ੍ਰਾਉਂਡ 'ਚ ਰਹੇ, ਪਰ ਮੇਰੇ ਖਿਆਲ ਹਰ ਬੰਦਾ ਉਹਨਾਂ ਦੀ ਰਿਸਪੈਕਟ ਕਰਦਾ ਹੈ। ਹਾਂਜੀ। ਸੋ ਇਹ ਜ਼ਰੂਰੀ ਨਹੀਂ ਕਿ ਮੈਂ ਫਰੰਟ ਤੇ ਹੋਵਾਂ, ਮੇਰਾ ਫੇਸ ਹੋਵੇ ਤਾਂ ਹੀ ਮੈਨੂੰ ਬੂਸਟ ਮਿਲੂਗਾ, ਜਾਂ ਇੱਦਾਂ ਦਾ ਕੁਝ ਨਹੀਂ ਹੁੰਦਾ। ਜੇ ਮੈਂ ਤਾਂ ਇਹ ਬਿਲੀਵ ਕਰਦਾ, ਜਿੱਦਾਂ ਕਾਰਜ ਭਾਜੀ ਤੇ ਮੈਂ ਕੁਝ ਦਿਨ ਪਹਿਲਾਂ ਹੀ ਬੈਠੇ ਸੀਗੇ, ਗੱਲ ਕਰਦੇ ਸੀਗੇ, ਹੀ ਸੈਡ ਕਿ ਇੱਦਾਂ ਹੋਣਾ ਚਾਹੀਦਾ ਕਿ ਬੰਦਾ ਗਾਵੇ ਚਾਹੇ ਫਰੰਟ ਤੇ ਨਹੀਂ ਆ। ਲੋਕੀ ਮਜਬੂਰ ਹੋ ਜਾਣ ਲੱਭਣ ਤੇ ਕਿ ਇਹ ਬੰਦਾ ਹੈ ਕੌਣ ਯਾਰ। ਐਗਜ਼ੈਕਟਲੀ, ਜਿੱਦਾਂ ਅਸੀਂ ਲੱਭਿਆ, ਯੂ نو ਵੀ ਫਾਊਂਡ ਔਨ ਫੇਸਬੁੱਕ ਇਹ ਬੰਦਾ ਕੌਣ ਹੈ। ਇੰਟਰਸਟਿੰਗ। ਥੈਂਕ ਯੂ ਸੋ ਮਚ। ਸੋ if there's anything that you guys want to ask him, I think you're more than, you know, I invite you to come and write for us on Can Punjab. But for me, the last question I want to ask Tej Beer aka Beer Singh is that Beer, would you like to sing for Can Punjab? ਸ਼ੋਰ ਜੀ, ਨਾ ਗਾਉਣ ਵਾਲੀ ਗੱਲ ਹੀ ਕੋਈ ਨਹੀਂ। ਗਾ ਕੇ ਸੁਣਾ ਫਿਰ ਇਸ਼ਾ। ਤੁਸੀਂ ਦਿਸ਼ਾਹੀਨ ਹੀ ਸੁਣਨਾ ਚਾਹੋਗੇ ਜਾਂ ਕੁਝ ਵੀ? See, I would want you to start with Dishahin because that's something that I really love
ਐਂਡ the ਅੱਛਾ ਇੱਕ ਗੱਲ ਤਾਂ ਮੈਂ ਭੁੱਲ ਗਈ, ਬਰਾਤੀਆਂ ਦਾ ਸਵਾਗਤ ਕਿਸ ਨਾਲ ਕਰੋਗੇ? ਐਨੀਵੇਜ਼ that was an ad. ਇੱਕ ਗੱਲ ਤਾਂ ਮੈਂ ਪੁੱਛਣੀ ਭੁੱਲ ਗਈ, ਇਹਦੇ ਵਿੱਚ ਜਿਹੜਾ ਇੱਕ ਪਰਸ਼ੀਅਨ ਟੱਚ ਤੁਸੀਂ ਦਿੱਤਾ ਹੋਇਆ ਹੈ ਨਾ, that sound, that modulation, ਉਹਦਾ ਕਿੱਥੋਂ ਦੇ ਆਣਾ ਹੈ? ਮੈਂ ਕਾਫੀ ਦੇਰ ਤੋਂ ਹੀ ਅਰੇਬੀਅਨ ਮਿਊਜ਼ਿਕ ਮੈਨੂੰ ਬਹੁਤ ਚੰਗਾ ਲੱਗਦਾ ਹੈ. ਈਵਨ ਅਰੇਬੀਅਨ ਇੰਸਟਰੂਮੈਂਟਸ 'ਚ ਤਾਂ ਪਰਸ਼ੀਅਨ ਤਾਰ ਹੋ ਗਈ ਐਂਡ ਆਊਦ ਹੋ ਗਿਆ, ਰਬਾਬ ਹੋ ਗਈ, ਮੈਨੂੰ ਇਹ ਇੰਸਟਰੂਮੈਂਟਸ ਜਿੱਦਾਂ ਬਹੁਤ ਫੈਸੀਨੇਟ ਕਰਦੇ ਆ. ਈਵਨ ਮੈਂ ਇਹਨਾਂ ਨੂੰ ਸਿੱਖਣ ਦੇ ਵਿੱਚ ਵੀ ਥੋੜਾ ਬਹੁਤਾ ਕਰਦਾ ਹਾਂ. ਸਰੰਗੀ ਸਿੱਖੀ, ਫਿਰ ਰਬਾਬ ਨੂੰ ਥੋੜਾ ਬਹੁਤਾ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਹੈ ਮੈਂ. ਐਂਡ ਪਤਾ ਨਹੀਂ ਕਿਉਂ, ਕਹਿ ਲਓ ਕੋਈ ਕਨੈਕਸ਼ਨ ਜਾਂ ਕਿੱਦਾਂ, ਮੈਨੂੰ ਨਹੀਂ ਪਤਾ, ਪਰ ਉਹ ਮਿਊਜ਼ਿਕ ਮੈਨੂੰ ਬਹੁਤ ਚੰਗਾ ਲੱਗਦਾ. ਸੋ ਮੈਂ ਉਹਨੂੰ ਕਾਫੀ ਗਾਉਂਦਾ ਰਿਹਾ ਸੀਗਾ, ਤੇ ਮੈਂ ਚਾਹੁੰਦਾ ਵੀ ਸੀਗਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਦੀ ਵੀ ਇਸ ਫੀਲਡ ਦੇ ਉੱਤੇ ਕੰਮ ਨਹੀਂ ਕੀਤਾ ਗਿਆ. ਅਰੇਬੀਅਨ ਗਾਉਣਾ ਐਕਚੁਅਲੀ ਥੋੜਾ ਜਿਹਾ ਆਮ ਗਾਇਕੀ ਨਾਲੋਂ ਟਫ ਹੁੰਦਾ, ਬਿਕਾਜ਼ ਉਹਦੇ 'ਚ ਆਵਾਜ਼ ਨੂੰ ਬਿਲਕੁਲ ਜਿੱਦਾਂ ਫਲੋਟ ਕਰਨਾ ਪੈਂਦਾ. ਤੇ ਉਹ ਥੋੜਾ ਜਿਹਾ ਬਾਕੀ ਨਾਲੋਂ ਟਫ ਹੈ, ਸ਼ਾਇਦ ਤਾਂ ਨਹੀਂ ਕਿਸੇ ਨੇ ਟਰਾਈ ਕੀਤਾ. ਜਾਂ ਮੈਂ ਨਹੀਂ ਕਹਿੰਦਾ ਕਿ ਆਈ ਐਮ ਵੈਰੀ ਪਰਫੈਕਟ ਤਾਂ ਮੈਂ ਤਾਂ ਕੀਤਾ, ਪਰ ਉਹ ਮੈਨੂੰ ਫੈਸੀਨੇਟ ਕਰਦਾ, ਮੈਂ ਤਾਂ ਕੀਤਾ. Of course, probably that's what's working best for you is because you've done justice to that kind of singing. Thank you. And I must say kudos to him for doing that, because ਹੁਣ ਸ਼ਾਇਦ ਲੋਕਾਂ ਨੂੰ ਸਮਝ ਆਵੇ ਕਿ ਚੀਕਣ ਦੇ ਇਲਾਵਾ ਵੀ ਗਾਣਾ ਹੈਗਾ ਇੰਡਸਟਰੀ ਦੇ ਵਿੱਚ, ਤੇ ਲੋਕੀ ਐਕਸੈਪਟ ਕਰਦੇ ਨੇ ਇਸ ਚੀਜ਼ ਨੂੰ, as long as you're good, right? So ਚਲੋ ਜੀ, ਇਰਸ਼ਾਦ ਜੀ ਸ਼ੁਰੂ ਕਰੋ. Okay. ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ, ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ, ਮੰਜ਼ਿਲ ਨਹੀਂ ਦਿਸਦੀ ਨਾ ਰਾਹੀ ਕੋਈ, किस पासे जाइए जो मिल जाए टोई, अकलां दे बूहे ओ अकलां दे बूहे लग गए ने जिंदे, असी दिशाहीन नादान परिंदे. So good man, he's so good. I mean naturally जो बंदा इतना सोना गा सकता ना, वो बहुत वधिया प्लेबैक मशीन दी ਜਿਹੜੀ ਉਹ ਹੁੰਦੀ ਹੈ ਨਾ, auto tune and this and that, ਉਹ ਕਰਕੇ ਤਾਂ ਵੈਸੇ ਵਧੀਆ ਆਵਾਜ਼ ਹੋ ਜਾਏਗੀ. So all the very best to you, Veer, and God bless you. He's a swagger, let me tell you, top to bottom he's stitch. So very nice, and I'm so happy I've had a conversation with him. If you think you are talented enough and you want us to promote you, why not? ਇਸ ਬੰਦੇ ਨੇ ਸਾਨੂੰ ਅਪਰੋਚ ਨਹੀਂ ਕੀਤਾ ਸੀ, ਮੈਂ ਪਹਿਲੇ ਹੀ ਦੱਸਦਾ, ਅਸੀਂ ਇਹਨੂੰ ਲੱਭਿਆ, then we've got him here because we really like what he's doing, and we want to promote such people who are talented enough to be on a platform like Can Punjab. This is me, Gurleen, saying bye-bye, ciao. Next time, I'm going to get you some more of celebrities and some more of gossip. Till then, stay tuned to www.canpunjab.com.